Hello, dear students. How are you? I hope all of you are fit and fine. ਸੋ ਪਿਆਰੇ ਬੱਚਿਓ, ਅੱਜ ਆਪਾਂ ਆਪਣੇ NTSC ਐਗਜ਼ਾਮ 2020 ਲਈ ਸੋਸ਼ਲ ਸਾਇੰਸ ਸਬਜੈਕਟ ਨਾਲ ਸੰਬੰਧਿਤ ਸ਼ੀਟ ਨੰਬਰ 7 ਉਸ ਦਾ ਪਾਰਟ 1 ਕਰਾਂਗੇ ਬੇਟਾ। ਸੋ ਇਹ ਸ਼ੀਟ ਦੇ ਵਿੱਚ ਕੁਝ ਕੁਐਸਚਨਸ ਨੇ ਜਿਹੜੇ ਆਪਣੇ ਸਿਲੇਬਸ ਨਾਲ ਰਿਲੇਟਡ ਨੇ ਜਾਂ ਤੁਹਾਡੇ 9th ਦੇ ਸਿਲੇਬਸ ਦੇ ਵਿੱਚੋਂ ਵੀ ਕੁਝ ਕੁਐਸਚਨ ਲਏ ਨੇ। ਤੁਸੀਂ ਉਸ ਨੂੰ ਬੜੇ ਧਿਆਨ ਨਾਲ ਕਰਨਾ ਹੈ। ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੀਟ ਨੰਬਰ 7 ਪਾਰਟ 1। ਸੋ ਪਹਿਲਾ ਕੁਐਸਚਨ ਸਾਡੇ ਕੋਲੇ ਆ ਗਿਆ, ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ 'ਤੇ ਇੱਕ ਤੋਂ ਜ਼ਿਆਦਾ ਵਾਰ ਫਸਲ ਬੀਜਣ ਨੂੰ ਕੀ ਕਿਹਾ ਜਾਂਦਾ ਹੈ? ਇੱਕ ਸਾਲ ਦੇ ਵਿੱਚ ਬੇਟਾ ਆਪਾਂ ਕਈ ਵਾਰ ਜਦੋਂ ਫਸਲਾਂ ਬੀਜ ਦਿੰਦੇ ਹਾਂ ਤਾਂ ਉਸ ਨੂੰ ਕੀ ਆਖਦੇ ਨੇ? ਖਰੀਫ ਦੀ ਫਸਲ ਆਖਦੇ ਨੇ, ਬਹੁ ਖੇਤੀ ਬੋਲਦੇ ਨੇ, ਰਬੀ ਦੀ ਫਸਲ ਬੋਲਦੇ ਨੇ ਜਾਂ ਚੰਗੀ ਖੇਤੀ ਬੋਲਦੇ ਨੇ। ਸੋ ਬੇਟਾ ਇੱਕ ਤੋਂ ਜ਼ਿਆਦਾ ਮੀਨਜ਼ ਬਹੁਤ ਜ਼ਿਆਦਾ ਆਪਾਂ ਜਿੱਥੇ ਫਸਲਾਂ ਬੀਜ ਲੈਂਦੇ ਹਾਂ ਇੱਕ ਤੋਂ ਵੱਧ, ਤਾਂ ਇਹਦਾ ਰਾਈਟ ਆਨਸਰ ਆਊਗਾ ਬਹੁ ਖੇਤੀ ਕਰਨਾ। ਇਸ ਨੂੰ ਬੋਲਦੇ ਨੇ ਬਹੁ ਖੇਤੀ, ਇੱਕ ਤੋਂ ਵੱਧ ਫਸਲਾਂ ਬੀਜਣਾ ਬਹੁ ਖੇਤੀ ਕਰਨਾ। ਤੁਹਾਡੇ ਸਾਹਮਣੇ ਪਿਕਚਰ ਹੈ, ਇਹ ਤਾਂ ਇੱਕ ਥਾਂ ਦੀ ਪਿਕਚਰ ਹੈ, ਬਟ ਇਸ ਤਰ੍ਹਾਂ ਅਸੀਂ ਅੱਡ-ਅੱਡ ਫਸਲਾਂ, ਅੱਡ-ਅੱਡ ਸਬਜ਼ੀਆਂ ਜਾਂ ਅੱਡ-ਅੱਡ ਤਰ੍ਹਾਂ ਦੀਆਂ ਚੀਜ਼ਾਂ ਬੀਜ ਕੇ ਇੱਕੋ ਹੀ ਜ਼ਮੀਨ ਦੇ ਉੱਤੋਂ ਫਸਲਾਂ ਲੈਂਦੇ ਹਾਂ, ਉਸ ਨੂੰ ਬੋਲਦੇ ਹਾਂ ਬਹੁ ਖੇਤੀ। ਸੈਕਿੰਡ ਕੁਐਸਚਨ ਹੈ, ਡੈਸ਼ ਖੇਤਰ ਵਿੱਚ ਮਜ਼ਦੂਰ ਕੋਈ ਵੀ ਭੌਤਿਕ ਵਸਤੂ ਦਾ ਉਤਪਾਦਨ ਨਹੀਂ ਕਰਦਾ। ਲਓ ਜੀ, ਆਪਸ਼ਨ ਨੇ ਸਾਡੇ ਕੋਲ ਮੁੱਢਲਾ ਖੇਤਰ, ਫਿਰ ਆ ਗਿਆ ਗੌਣ ਖੇਤਰ, ਫਿਰ ਤੀਸਰਾ ਖੇਤਰ ਜਾਂ ਅੰਤਿਮ ਖੇਤਰ। ਬੇਟਾ ਜੀ ਆਪਾਂ ਖੇਤਰ ਬੜੇ ਸੀ, ਮੁੱਢਲਾ ਖੇਤਰ ਸੀਗਾ ਅਜਿਹਾ ਖੇਤਰ ਹੁੰਦਾ ਜਿਹਦੇ ਵਿੱਚ ਅਸੀਂ ਕੁਦਰਤੀ ਸਾਧਨਾਂ ਤੋਂ ਵਰਤੋਂ ਕਰਕੇ ਉਤਪਾਦਨ ਕਰਦੇ ਹਾਂ, ਜਿਵੇਂ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਹੈ ਨਾ, ਡੇਅਰੀ ਪਾਲਣ, ਮੁਰਗੀ ਪਾਲਣ ਆ ਗਿਆ, ਮੱਛੀ ਪਾਲਣ ਆ ਗਿਆ, ਖਾਨਾਂ ਆ ਗਈਆਂ, ਹੈ ਨਾ, ਜਿਹੜੇ ਮਾਈਨਸ ਨੂੰ ਆਪਾਂ ਉਹ ਕਰਦੇ ਹਾਂ। ਇਹ ਸੀਗੇ ਸਾਡੇ ਕੋਲੇ ਮੁੱਢਲਾ ਖੇਤਰ। ਗੌਣ ਖੇਤਰ ਦੇ ਵਿੱਚ ਅਸੀਂ ਦੇਖਿਆ ਸੀਗਾ ਵੀ ਇੱਕ ਖੇਤਰ ਤੋਂ ਪ੍ਰੋਡਕਟਸ ਜਿਹੜੀਆਂ ਨੇ ਉਹ ਦੂਸਰੇ ਖੇਤਰ ਦੇ ਪ੍ਰੋਡਕਟ ਦੇ ਵਿੱਚ ਚਲੀਆਂ ਜਾਂਦੀਆਂ ਨੇ। ਜਿਵੇਂ ਅਸੀਂ ਦੇਖਿਆ ਸੀ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਚਲਾਈਆਂ, ਜਿਵੇਂ ਗੰਨੇ ਤੋਂ ਗੁੜ ਬਣ ਜਾਂਦਾ ਹੈ ਨਾ ਜੀ, ਫਿਰ ਕਪਾਹ ਤੋਂ ਕੱਪੜਾ ਬਣ ਜਾਂਦਾ ਹੈ। ਅਤੇ ਤੀਸਰਾ ਖੇਤਰ ਸੀ ਸਾਡਾ ਸਰਵਿਸਿਜ਼, ਜਿਹਦੇ ਵਿੱਚ ਅਸੀਂ ਆਪਣੀਆਂ ਕੋਈ ਨਾ ਯੋਗਦਾਨ ਪਾਉਂਦੇ ਹਾਂ, ਜਿਹਦੇ ਵਿੱਚ ਕੋਈ ਨਾ ਕੋਈ ਕਿਰਿਆ ਕਰਦੇ ਹਾਂ। ਸੋ ਜਿਹੜਾ ਖੇਤੀ ਮਜ਼ਦੂਰ ਦਾ ਖੇਤ ਦੇ ਵਿੱਚ ਕੰਮ ਕਰਨਾ ਹੈ ਬੇਟਾ, ਉਹਦਾ ਰਾਈਟ ਆਨਸਰ ਆ ਗਿਆ ਤੀਸਰਾ ਖੇਤਰ। ਸੋ ਇਹਦਾ ਰਾਈਟ ਆਨਸਰ ਹੈ ਤੀਸਰਾ ਖੇਤਰ। ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ, ਭਾਰਤ ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? ਪਲੈਨਿੰਗ ਕਮਿਸ਼ਨ ਆਫ ਇੰਡੀਆ। ਇਹ ਸਥਾਪਨਾ ਬੇਟਾ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੀਤੀ ਗਈ ਸੀ 1950 1950 ਦੇ ਵਿੱਚ। ਇੰਡੀਆ ਪਲੈਨਿੰਗ ਕਮਿਸ਼ਨ ਆਫ ਇੰਡੀਆ ਦੇਖੋ ਤੁਹਾਡੇ ਸਾਹਮਣੇ ਆ ਗਿਆ 15 ਮਾਰਚ 1950 1950 ਦੇ ਵਿੱਚ ਇਹ ਸਥਾਪਨਾ ਕੀਤੀ ਗਈ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ। ਕਲੀਅਰ। ਨੈਕਸਟ ਕੁਐਸਚਨ ਹੈ, ਹੁਣੇ 1950 ਦੇ ਵਿੱਚ ਬੇਟਾ ਸਥਾਪਨਾ ਕਰ ਦਿੱਤੀ ਗਈ ਭਾਰਤ ਵਿੱਚ ਯੋਜਨਾ ਕਮਿਸ਼ਨ ਨੇ ਕੰਮ ਕਰਨਾ ਕਦੋਂ ਸ਼ੁਰੂ ਕੀਤਾ? ਕਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਬੇਟਾ? ਤਾਂ ਉਸ ਨੇ ਪਹਿਲੀ ਪੰਚਵਰਸ਼ ਯੋਜਨਾ, ਜਿਹਨੂੰ ਆਪਾਂ ਕਹਿੰਦੇ ਵੀ ਉਹ 1951 ਦੇ ਵਿੱਚ ਆਪਣਾ ਯੋਜਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ। ਸੋ ਇਸ ਦਾ ਰਾਈਟ ਆਨਸਰ ਹੈ 1951। ਸੋ ਪੰਜਵਾਂ ਕੁਐਸਚਨ ਹੈ, ਭਾਰਤ ਵਿੱਚ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ? ਹਾਂਜੀ ਦੇਖੋ, ਜਿਹੜਾ ਪਲੈਨਿੰਗ ਕਮਿਸ਼ਨ ਹੈ ਬੇਟਾ, ਇਹਦਾ ਚੇਅਰਪਰਸਨ ਕੌਣ ਹੁੰਦਾ ਹੈ? ਇਹ ਇੱਕ ਅਹੁਦਾ ਫਿਕਸ ਕੀਤਾ ਗਿਆ ਹੈ। ਆਪਸ਼ਨ ਨੇ ਸਾਡੇ ਕੋਲ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਰਾਸ਼ਟਰਪਤੀ ਜਾਂ ਫਿਰ ਗ੍ਰਹਿ ਮੰਤਰੀ। ਸੋ ਬੇਟਾ ਦਾ ਰਾਈਟ ਆਨਸਰ ਹੈ ਪ੍ਰਧਾਨ ਮੰਤਰੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਆਪਦੇ ਅਹੁਦੇ ਕਾਰਨ ਪਲੈਨਿੰਗ ਕਮਿਸ਼ਨ ਆਫ ਇੰਡੀਆ ਦੇ ਚੇਅਰਪਰਸਨ ਹੁੰਦੇ ਨੇ। ਆਹ ਸਾਡੇ ਕੋਲੇ ਲਿਸਟ ਹੈ, ਜਿੰਨੇ ਵੀ ਸਾਡੇ ਪ੍ਰਧਾਨ ਮੰਤਰੀ ਰਹੇ ਨੇ ਉਹ ਚੇਅਰਮੈਨ ਆਫ ਪਲੈਨਿੰਗ ਕਮਿਸ਼ਨ ਆਫ ਇੰਡੀਆ। ਇਹ ਉਹਨਾਂ ਦੀਆਂ ਟਰਮਸ ਨੇ, ਕਦੋਂ ਕਦੋਂ ਹੋਏ ਉਹਨਾਂ ਨੇ ਇਸ ਦੀ ਪ੍ਰਧਾਨਗੀ ਕੀਤੀ ਹੈ। ਸੋ ਨੈਕਸਟ ਕੁਐਸਚਨ ਨੰਬਰ 6, ਭਾਰਤ ਵਿੱਚ ਮੌਦਰਿਕ ਨੀਤੀ ਨੂੰ ਸਿੱਧੇ ਤੌਰ 'ਤੇ ਕੌਣ ਨਿਯੰਤਰਣ ਕਰਦਾ ਹੈ? ਕਿਹਦੇ ਅਧੀਨ ਹੁੰਦੀ ਜਿਹੜੀ ਭਾਰਤ ਦੇਸ਼ ਦੀ ਹੈ ਜਿਹੜੀ ਮੋਨੀਟਰੀ ਪਾਲਿਸੀ ਹੈ, ਉਹਨੂੰ ਕੌਣ ਫੋਲੋ ਕਰਦਾ ਹੈ, ਕੌਣ ਕੰਟਰੋਲ ਕਰਦਾ ਹੈ? ਬੇਟਾ ਉਹ ਕੰਟਰੋਲ ਕੀਤੀ ਜਾਂਦੀ ਹੈ ਭਾਰਤ ਦੇ ਰਿਜ਼ਰਵ ਬੈਂਕ ਦੁਆਰਾ। ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ, ਇਸ ਨੂੰ ਬੇਟਾ ਪਾਲਿਸੀ ਨੂੰ ਸਾਡਾ ਰਿਜ਼ਰਵ ਬੈਂਕ ਹੈ, ਇਹਦੀ ਲੋਗੋ ਹੈ। ਇਹ ਭਾਰਤ ਦੀ ਜਿਹੜੀ ਮੌਦਰਿਕ ਨੀਤੀ ਹੈ, ਜਿਹੜਾ ਮੋਨੀਟਰੀ ਪਾਲਿਸੀ ਹੈ, ਉਸ ਨੂੰ ਕੰਟਰੋਲ ਕਰਦਾ ਹੈ। ਸੋ ਹੁਣ ਨਾਓ ਵੀ ਮੂਵ ਟੂ ਕੁਐਸਚਨ ਨੰਬਰ 7। ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕਾਲ ਕੀ ਸੀ? ਦੇਖੋ ਆਪਾਂ ਕੀਤਾ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ 1950, ਉਹਨੇ ਆਪਦਾ ਕਾਰਜ ਸ਼ੁਰੂ ਕੀਤਾ 1951। ਉਹਨੇ ਕੀ ਕੀਤਾ ਸੀ ਬੇਟਾ? 1951 ਦੇ ਵਿੱਚ ਪਹਿਲੀ 5 ਵਰਸ਼ੀਆ ਯੋਜਨਾ ਡਿਵੈਲਪ ਕੀਤੀ ਸੀ, ਜਿਹੜੀ 1951 ਤੋਂ ਲੈ ਕੇ 1956 ਤੱਕ ਚੱਲੀ ਸੀ। ਸੋ ਇਹ ਪਲੈਨਿੰਗ ਕਮਿਸ਼ਨ ਸੀ ਬੇਟਾ, ਜਿਹਦੇ ਵਿੱਚ ਪਾਲਿਸੀ ਦੇ ਵਿੱਚ ਦੇਸ਼ ਦੇ ਅਗਲੇ 5 ਸਾਲਾਂ ਦੇ ਵਿੱਚ ਕੀ ਕੁਛ ਕੀਤਾ ਜਾਊਗਾ, ਉਹਦੇ 'ਚ ਬਜਟ ਵਗੈਰਾ ਦਿੱਤਾ ਜਾਂਦਾ ਹੈ, ਪਲੈਨਿੰਗਸ ਕੀਤੀਆਂ ਜਾਂਦੀਆਂ ਨੇ ਗਰੋਥ ਵਾਸਤੇ, ਐਜੂਕੇਸ਼ਨ ਵਾਸਤੇ, ਡਿਫੈਂਸ ਵਾਸਤੇ। ਸੋ ਸਾਰੀਆਂ ਇਹ 5 ਵਰਸ਼ੀਆ ਯੋਜਨਾ ਦੇ ਵਿੱਚ ਕੀਤੀਆਂ ਜਾਂਦੀਆਂ। ਜਿਹੜੀ ਪਹਿਲੀ 5 ਵਰਸ਼ੀਆ ਯੋਜਨਾ ਸੀ 1951 ਤੋਂ ਲੈ ਕੇ 1956 ਤੱਕ ਚੱਲੀ ਸੀ। ਸੋ ਨੈਕਸਟ ਕੁਐਸਚਨ ਨੰਬਰ 8, ਸਧਾਰਨ ਕੀਮਤ ਵਿੱਚ ਨਿਰੰਤਰ, ਰੈਗੂਲਰਲੀ ਅਤੇ ਅਧਿਕ ਵਾਧੇ ਨੂੰ ਦੇਖੋ ਅਸੀਂ ਕਹਿੰਦੇ ਨੇ ਵੀ ਇੱਕ ਨੋਰਮਲ ਕੰਡੀਸ਼ਨ ਦੇ ਵਿੱਚ ਪ੍ਰਾਈਸਿਸ ਵਧੀ ਜਾਂਦੀਆਂ ਨੇ, ਕੀਮਤਾਂ ਵਧੀ ਜਾਂਦੀਆਂ। ਜਿਵੇਂ ਹੁਣ ਤੁਸੀਂ ਪਿਆਜ਼ ਦੀ ਕੀਮਤ ਲਾ ਲਓ, ਅੱਜ ਤੋਂ 1 ਮਹੀਨਾ ਪਹਿਲਾਂ ਪਿਆਜ਼ 25 ਰੁਪਏ ਕਿਲੋ ਸੀ, ਫਿਰ 30 ਹੋ ਗਿਆ, ਫਿਰ 35 ਹੋ ਗਿਆ, 40 ਹੋ ਗਿਆ, ਹੁਣ ਬੇਟਾ 80, 90, 100 ਦੇ ਹੋ ਗਿਆ।
ਤਾਂ ਕੀ ਹੈ, ਇੱਕ ਸਧਾਰਨ ਉਹਦੇ ਵਿੱਚ ਕੀਮਤਾਂ ਵਧੀ ਜਾ ਰਹੀਆਂ ਨੇ, ਰੈਗੂਲਰਲੀ ਵਧੀ ਜਾ ਰਹੀਆਂ ਨੇ, ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਸੋ ਇਸ ਨੂੰ ਅਸੀਂ ਕੀ ਬੋਲਦੇ ਹਾਂ, ਮਹਿੰਗਾਈ, ਮੁਦਰਾਸਫੀਤੀ। ਸੋ ਇਸ ਨੂੰ ਇਹਦਾ ਰਾਈਟ ਆਨਸਰ ਕੀ ਆ ਗਿਆ, ਮੁਦਰਾਸਫੀਤੀ। ਇਸ ਨੂੰ ਉਹ ਬੋਲ ਜਾਂਦੇ ਨੇ, ਇਨਫਲੇਸ਼ਨ ਬੋਲਦੇ ਨੇ ਜਿਹਨੂੰ ਆਪਾਂ ਬੋਲਦੇ ਨੇ। ਠੀਕ ਹੈ ਜੀ, ਨੈਕਸਟ ਕੁਐਸਚਨ ਸਾਡੇ ਕੋਲ ਆ ਗਿਆ, ਕੁਐਸਚਨ ਨੰਬਰ 9। ਏਕਾਧਿਕਾਰ ਜਿਹਨੂੰ ਆਪਾਂ ਮੋਨੋਪੋਲੀ ਮਾਰਕੀਟ ਬੋਲਦੇ ਹਾਂ, ਉਸ ਦੇ ਵਿੱਚ ਔਸਤ ਆਮਦਨ ਹੈ ਨਾ ਅਤੇ ਸੀਮਾਂਤ ਆਮਦਨ ਦਾ ਕੀ ਸੰਬੰਧ ਹੈ? ਉਹਦੇ ਵਿੱਚ ਕੀ ਸੰਬੰਧ ਹੁੰਦਾ ਬੇਟਾ ਔਸਤ ਆਮਦਨ ਦਾ ਸੀਮਾਂਤ ਆਮਦਨ ਨਾਲ? ਸੋ ਬੇਟਾ ਔਸਤ ਜਿਹੜੀ ਆਮਦਨ ਹੈ ਉਹ ਹਮੇਸ਼ਾ ਹੀ ਸੀਮਾਂਤ ਆਮਦਨ ਨਾਲੋਂ ਜ਼ਿਆਦਾ ਹੁੰਦੀ ਹੈ। ਸੋ ਨੈਕਸਟ ਕੁਐਸਚਨ, ਕੁਐਸਚਨ ਨੰਬਰ 10, ਉਪਭੋਗ ਖਰਚ, ਕੰਜ਼ੰਪਸ਼ਨ ਜਿਹਨੂੰ ਆਪਾਂ ਬੋਲਦੇ ਹਾਂ, ਅਤੇ ਆਮਦਨ ਦਾ ਅਨੁਪਾਤ ਕੀ ਹੈ? ਦੇਖੋ ਜੀ, ਉਪਭੋਗ ਖਰਚ ਅਤੇ ਆਮਦਨ ਦਾ ਅਨੁਪਾਤ ਕੀ ਹੈ? ਸੋ ਦਾ ਰਾਈਟ ਆਨਸਰ ਆ ਗਿਆ APC, ਐਵਰੇਜ ਪ੍ਰੋਸਪੈਂਸਿਟੀ ਟੂ ਕੰਜ਼ਿਊਮ। ਜਿਹਨੂੰ ਆਪਾਂ ਪੰਜਾਬੀ 'ਚ ਜੇ ਬੋਲੀਏ ਤਾਂ ਪੰਜਾਬੀ 'ਚ ਬੇਟਾ ਜੀ ਇਹਦਾ ਮਤਲਬ ਬਣਿਆ ਔਸਤ ਉਪਭੋਗ ਪ੍ਰਵਿਰਤੀ। ਸਾਡੀ ਔਸਤ ਉਪਭੋਗ ਪ੍ਰਵਿਰਤੀ ਕੀ ਹੈ? ਇਹ ਕੀ ਹੁੰਦਾ? ਸਾਡੇ ਕੁੱਲ ਖਰਚੇ ਅਤੇ ਕੁੱਲ ਆਮਦਨ ਦਾ ਅਨੁਪਾਤ ਹੁੰਦਾ ਹੈ। ਇਹੀ ਇਹਨੇ ਪੁੱਛਿਆ ਸੀ। ਸੋ ਦਾ ਰਾਈਟ ਆਨਸਰ ਆ ਗਿਆ ਬੀ ਪਾਰਟ, ਔਸਤ ਉਪਭੋਗ ਪ੍ਰਵਿਰਤੀ। ਸੋ ਕੁਐਸਚਨ ਨੰਬਰ 11, ਉਪਭੋਗਤਾ ਸੰਰਖਣ ਐਕਟ ਕਦੋਂ ਲਾਗੂ ਹੋਇਆ? ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਕਦੋਂ ਲਾਗੂ ਹੋਇਆ? ਬੇਟਾ ਜੀ ਇਹ ਐਕਟ ਬੜਾ ਇੰਪੋਰਟੈਂਟ ਹੈ, ਜਿਹਨੂੰ ਆਪਾਂ ਕਹਿੰਦੇ ਜਾਗੋ ਗ੍ਰਾਹਕ ਜਾਗੋ, ਆਉਂਦੇ ਨਾ ਟੀਵੀ ਦੇ ਐਡਸ ਦੇਖਦੇ ਹੁੰਦੇ ਆ, ਹੈ ਨਾ। ਗ੍ਰਾਹਕ ਨੂੰ ਜਗਾਉਣ ਵਾਸਤੇ, ਉਹਦੀ ਅਵੇਅਰਨੈਸ ਵਾਸਤੇ, ਉਹਦੀ ਪ੍ਰੋਟੈਕਸ਼ਨ ਵਾਸਤੇ ਇੱਕ ਐਕਟ ਬਣਾਇਆ ਗਿਆ ਸੀ। ਇਹ ਬੇਟਾ 1986 ਦੇ ਵਿੱਚ ਲਾਗੂ ਹੋਇਆ ਸੀ। ਤੁਹਾਡੇ ਸਾਹਮਣੇ ਆ ਗਿਆ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986। ਗ੍ਰਾਹਕ ਦੀ ਸੁਰੱਖਿਆ ਵਾਸਤੇ ਉਸ ਨੂੰ ਕੁਝ ਰੂਲਸ ਐਂਡ ਰੈਗੂਲੇਸ਼ਨਸ ਦੇਣ ਵਾਸਤੇ ਇਹ ਐਕਟ ਲਾਗੂ ਕੀਤਾ ਗਿਆ ਸੀ। ਸੋ ਕੁਐਸਚਨ ਨੰਬਰ 12, ਹੇਠ ਲਿਖਿਆਂ ਵਿੱਚੋਂ ਕਿਹੜੇ ਗਵਾਂਢੀ ਮੁਲਕ, ਸਾਡੇ ਗਵਾਂਢੀ ਦੇਸ਼ ਨੇ, ਦੀ ਮਨੁੱਖੀ ਵਿਕਾਸ ਦੇ ਮਾਮਲੇ ਵਿੱਚ ਵਧੀਆ ਪੇਸ਼ਕਾਰੀ ਹੈ, ਹਿਊਮਨ ਡਿਵੈਲਪਮੈਂਟ ਦੇ ਵਿੱਚ ਜਿਹਨੇ ਵਧੀਆ ਕਾਰਜ ਕੀਤੇ ਨੇ? ਆਪਸ਼ਨ ਨੇ ਸ਼੍ਰੀਲੰਕਾ, ਪਾਕਿਸਤਾਨ, ਨੇਪਾਲ ਜਾਂ ਫਿਰ ਬੰਗਲਾਦੇਸ਼। ਉਹਦਾ ਰਾਈਟ ਆਨਸਰ ਹੈ ਬੇਟਾ ਜੀ ਸ਼੍ਰੀਲੰਕਾ। ਸ਼੍ਰੀਲੰਕਾ ਦਾ ਜਿਹੜਾ ਹੈ ਜੀ ਮਨੁੱਖੀ ਵਿਕਾਸ ਦੇ ਜਿਹੜੇ ਅੰਕੜੇ ਨੇ ਉਹ ਬਹੁਤ ਵਧੀਆ ਹਨ। ਸੋ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 13। ਕੁਐਸਚਨ ਨੰਬਰ 13 ਹੈ, ਭਾਰਤ ਵਿੱਚ ਕਰੰਸੀ ਜਾਰੀ ਕਰਨ ਦੀ ਅਥਾਰਟੀ ਕਿਸ ਕੋਲੇ ਹੈ? ਹਾਂਜੀ, ਜਿਹੜੀ ਕਰੰਸੀ ਅਸੀਂ ਡੇਲੀ ਵਰਤਦੇ ਹਾਂ, ਜਿਹੜੇ ਪੈਸੇ ਰੋਜ਼ ਨੋਟ ਵਰਤਦੇ ਹਾਂ ਅਸੀਂ, ਇਹਨੂੰ ਇਸ਼ੂ ਕੌਣ ਕਰਦਾ ਹੈ? ਆਪਸ਼ਨ ਨੇ ਵਿੱਤ ਕੰਪਨੀਆਂ, ਫਾਈਨੈਂਸ਼ੀਅਲ ਜਿਹੜੀਆਂ ਕੰਪਨੀਜ਼ ਨੇ, ਨਬਾਰਡ ਕਰਦਾ ਹੈ, ਜਾਂ ਵਪਾਰਕ ਬੈਂਕ ਕਰਦਾ ਹੈ, ਜਾਂ ਰਿਜ਼ਰਵ ਬੈਂਕ ਆਫ ਇੰਡੀਆ ਕਰਦਾ ਹੈ। ਬੇਟਾ ਤੁਸੀਂ ਕਦੇ ਨੋਟ ਦੇਖਿਓ 100 ਦਾ, 50 ਦਾ, 500 ਦਾ ਜਾਂ 2000 ਵਾਲਾ ਨੋਟ ਦੇਖਿਓ, ਉਹ 'ਤੇ ਬਣਿਆ ਵਾ ਹੋਊਗਾ ਉਹਨੂੰ ਜਾਰੀ ਕਰਨ ਦੀ ਕਰੰਸੀ, ਕਿਹਨੇ ਬਣਾਇਆ ਹੈ ਇਹ? ਸੋ ਇਹਦਾ ਰਾਈਟ ਆਨਸਰ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ। ਦੇਖੋ ਤੁਹਾਡੇ ਸਾਹਮਣੇ ਨੋਟ ਆ ਗਏ, ਇਹਦੇ ਦੇਖੋ ਸਾਰੇ ਨੋਟਾਂ ਦੇ ਉੱਤੇ ਦੇਖੋ ਆਹ ਕੀ ਲਿਖਿਆ ਹੋਇਆ ਜੀ, ਦੇਖੋ ਭਾਰਤੀ ਰਿਜ਼ਰਵ ਬੈਂਕ, ਹੈ ਨਾ। ਆਹ ਦੇਖੋ ਆਹ ਸਾਡੇ ਕੋਲ 50 ਦਾ ਨੋਟ ਆ ਗਿਆ, ਇਹਦੇ ਕੀ ਲਿਖਿਆ ਹੋਇਆ? ਭਾਰਤੀ ਰਿਜ਼ਰਵ ਬੈਂਕ, ਰਿਜ਼ਰਵ ਬੈਂਕ ਆਫ ਇੰਡੀਆ। ਉਵੇਂ ਆ 2000 ਦੇ ਨੋਟ 'ਤੇ ਵੀ ਇਹੀ ਲਿਖਿਆ ਹੋਇਆ, 200 ਦੇ ਨੋਟ 'ਤੇ ਵੀ ਇਹੀ ਲਿਖਿਆ ਹੋਇਆ, 500 ਦੇ ਨੋਟ 'ਤੇ ਵੀ ਇਹੀ ਲਿਖਿਆ ਹੋਇਆ। ਸੋ ਕਰੰਸੀ ਹੈ ਜਿਹੜੀ ਬੇਟਾ ਉਹ ਸਾਰੀ ਦੀ ਸਾਰੀ ਕੌਣ ਜਾਰੀ ਕਰਦਾ ਹੈ? ਰਿਜ਼ਰਵ ਬੈਂਕ ਆਫ ਇੰਡੀਆ। ਸਿਰਫ 1 ਰੁਪਈਏ ਦਾ ਨੋਟ ਹੈ ਜਿਹੜਾ ਉਹ ਰਿਜ਼ਰਵ ਬੈਂਕ ਆਫ ਇੰਡੀਆ ਜਾਰੀ ਨਹੀਂ ਕਰਦਾ। ਇਹ ਤੁਸੀਂ ਤੁਹਾਡੀ ਅਸਾਈਨਮੈਂਟ ਹੈ ਵੀ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਵੀ 1 ਰੁਪਏ ਦਾ ਨੋਟ ਕੌਣ ਜਾਰੀ ਕਰਦਾ ਹੈ। ਸੋ ਕਰੰਸੀ ਕੌਣ ਜਾਰੀ ਕਰਦਾ ਹੈ ਜੀ? ਰਿਜ਼ਰਵ ਬੈਂਕ ਆਫ ਇੰਡੀਆ, RBI। ਨੈਕਸਟ ਕੁਐਸਚਨ ਹੈ, ਭਾਰਤ ਸਰਕਾਰ ਦੁਆਰਾ 1969 ਦੇ ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ? ਹਾਊ ਮੈਨੀ ਬੈਂਕਸ ਵਰ ਨੈਸ਼ਨਲਾਈਜ਼ਡ ਇਨ 1969? ਸੋ ਬੇਟਾ ਜੀ ਇਹ ਬੈਂਕਾਂ ਦੀ ਗਿਣਤੀ ਸੀ 14 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀ ਇਨ 1969। ਆ ਦੇਖੋ ਉਸ ਸਮੇਂ ਦੀ ਟਾਈਮਜ਼ ਆਫ ਇੰਡੀਆ ਦੀ 20 ਜੁਲਾਈ 1969 ਦੀ ਨਿਊਜ਼ ਹੈ। 14 ਟੌਪ ਬੈਂਕਸ ਆਰ ਨੈਸ਼ਨਲਾਈਜ਼ਡ। 14 ਜਿਹੜੇ ਟੌਪ ਦੇ ਬੈਂਕ ਸੀਗੇ ਭਾਰਤ ਦੇ, ਉਹਨਾਂ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ ਗਿਆ ਸੀ। ਸੋ ਨੈਕਸਟ ਕੁਐਸਚਨ ਵੀ ਇਸ ਦੇ ਨਾਲ ਰਿਲੇਟਡ ਹੈ। ਪਹਿਲਾਂ 1969 ਦਾ ਸੀ, ਹੁਣ 1980 ਦਾ ਆ ਗਿਆ। ਭਾਰਤ ਸਰਕਾਰ ਦੁਆਰਾ 1980 ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ? ਕਿੰਨੇ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ? ਬੇਟਾ ਇਸ ਬਾਰੇ ਕੀਤਾ ਗਿਆ ਸੀ ਜੀ 6 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀ। ਆਹ ਤੁਹਾਡੇ ਸਾਹਮਣੇ ਉਹਨਾਂ ਬੈਂਕਾਂ ਦੀ ਲਿਸਟ ਆ ਗਈ। 1980 ਦੇ ਵਿੱਚ 6 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀ। ਵੈਸੇ ਮੈਂ ਸਾਰੇ ਬੈਂਕਾਂ ਦੀ ਲਿਸਟ ਅੱਗੇ ਵੀ ਪਾਈ ਹੈ, ਤੁਸੀਂ ਉੱਥੋਂ ਵੀ ਨੋਟ ਕਰ ਸਕਦੇ ਹੋ। ਵੈਸੇ ਤੁਹਾਡੇ ਵਾਸਤੇ ਸਿਰਫ ਇੰਨਾ ਹੀ ਹੈ ਵੀ 1969 ਦੇ ਵਿੱਚ 14 ਬੈਂਕ ਕੀਤੇ ਗਏ ਸੀ ਜੀ, ਅਤੇ 1980 ਦੇ ਵਿੱਚ 6 ਬੈਂਕ ਕੀਤੇ ਗਏ ਸੀ ਨੈਸ਼ਨਲਾਈਜ਼ਡ। ਸੋ ਕੁਐਸਚਨ ਨੰਬਰ 16 ਆ ਗਿਆ ਤੁਹਾਡੇ ਕੋਲੇ, ਸਰਕਾਰ ਦੀ ਆਮਦਨ, ਖਰਚ ਅਤੇ ਕਰਜ਼ੇ ਸੰਬੰਧੀ ਨੀਤੀ ਕੀ ਕਹਾਉਂਦੀ ਹੈ? ਉਹਨੂੰ ਕੀ ਆਖਦੇ ਹਾਂ? ਮੌਦਰਿਕ ਨੀਤੀ, ਸਰਕਾਰੀ ਨੀਤੀ, ਯੋਜਨਾ ਜਾਂ ਰਾਜਕੋਸ਼ੀ? ਬੇਟਾ
ਸਰਕਾਰ ਕੀ ਹੁੰਦੀ ਹੈ? ਸਾਡਾ ਰਾਜ, ਇੱਕ ਸਾਡਾ ਦੇਸ਼ ਦੀ ਸਰਕਾਰ ਹੈ। ਸੋ ਇਹਦਾ ਰਾਈਟ ਆਨਸਰ ਆ ਗਿਆ ਜੀ ਰਾਜਕੋਸ਼ੀ ਨੀਤੀ, ਜਿਹਨੂੰ ਆਪਾਂ ਇੰਗਲਿਸ਼ ਬੋਲਦੇ ਹਾਂ ਅਫੀਸ਼ੀਅਲ ਪਾਲਿਸੀ। ਰਾਜਕੋਸ਼ੀ ਨੀਤੀ ਭਾਰਤ ਦੀ ਜਿਹੜੀ ਸਰਕਾਰ ਦੀ ਆਮਦਨ ਖਰਚ ਅਤੇ ਕਰਜ਼ੇ ਸੰਬੰਧੀ ਸਾਰੀ ਜਾਣਕਾਰੀ ਹੁੰਦੀ ਹੈ ਜਾਂ ਨੂੰ ਡੀਲ ਕਰਦੀ ਹੈ। ਸੋ ਨਾਓ ਵੀ ਮੂਵ ਟੂ ਕੁਐਸਚਨ ਨੰਬਰ 17। ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ? ਆਪਾਂ ਉੱਪਰ ਹੁਣੀ ਕਰਕੇ ਆਏ ਹਾਂ ਰਿਜ਼ਰਵ ਬੈਂਕ ਆਫ ਇੰਡੀਆ, ਉਸ ਦੀ ਗੱਲ ਕਰ ਰਹੇ ਆ ਇਹ। ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕਦੋਂ ਹੋਈ ਬੇਟਾ ਜੀ? ਇਹ ਹੋਈ ਸੀ 1935 ਦੇ ਵਿੱਚ। ਸੋ ਰਾਈਟ ਆਨਸਰ ਹੈ ਸਾਡੇ ਕੋਲ ਇਹ ਪਾਰਟੀ ਹੈ 1935 ਰਿਜ਼ਰਵ ਬੈਂਕ ਆਫ ਇੰਡੀਆ। ਆ ਦੇਖੋ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਕੋਰਡਿੰਗਲੀ ਇਸ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੀ 1 ਅਪ੍ਰੈਲ 1935 ਨੂੰ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਇਹਦੇ ਨਾਲ ਇੱਕ ਨਾਲ ਦੇਖੋ ਇੱਕ ਕੁਐਸਚਨ ਦੇ ਵਿੱਚ ਹੋਰ ਕਈ ਕੁਐਸਚਨ ਬਣ ਜਾਂਦੇ ਨੇ, ਇਹੀ ਐਨਟੀਐਸਸੀ ਹੈ। ਸੋ ਇਹਦਾ ਜਿਹੜਾ ਸੈਂਟਰਲ ਹੈੱਡ ਆਫਿਸ ਸੀ ਬੇਟਾ ਜੀ ਪਹਿਲਾਂ ਸਟਾਰਟ ਦੇ ਵਿੱਚ ਕਿੱਥੇ ਸੀ? ਕੋਲਕਾਤਾ, ਠੀਕ ਹੈ, ਬਟ ਵਾਜ਼ ਪਰਮਾਨੈਂਟਲੀ ਮੂਵ ਟੂ ਮੁੰਬਈ ਇਨ 1937। 2 ਸਾਲਾਂ ਮਗਰੋਂ ਹੀ ਇਸ ਦੇ ਦਫ਼ਤਰ ਨੂੰ ਜਿਹੜਾ ਹੈੱਡਕੁਆਟਰ ਸੀਗਾ ਉਹਨੂੰ ਉੱਥੇ ਕਿੱਥੇ ਮੂਵ ਕਰ ਦਿੱਤਾ? ਸੈਂਟਰਲ ਆਫਿਸ ਨੂੰ ਮੁੰਬਈ ਦੇ ਵਿਖੇ ਸ਼ਿਫਟ ਕਰ ਦਿੱਤਾ। ਕਿੱਥੋਂ? ਕਲਕੱਤਾ ਤੋਂ। ਸੋ ਅੱਜ ਦਾ ਲਾਸਟ ਕੁਐਸਚਨ NABARD ਨਬਾਰਡ ਜਿਹਨੂੰ ਆਪਾਂ ਬੋਲਦੇ ਹਾਂ ਦੀ ਸਥਾਪਨਾ ਕਦੋਂ ਹੋਈ? ਨਬਾਰਡ ਦੀ ਸਥਾਪਨਾ ਕਦੋਂ ਹੋਈ? ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਇਕਨੋਮਿਕਸ ਦਾ ਇਹ। ਸੋ ਇਹ ਸਥਾਪਨਾ ਹੋਈ ਸੀ ਬੇਟਾ 1982 ਦੇ ਵਿੱਚ। ਹੁਣ ਇਹ ਨਬਾਰਡ ਹੈ ਕੀ? ਦੇਖੋ ਸਥਾਪਨਾ ਹੋਈ ਸੀ ਜੀ 12 ਜੁਲਾਈ 1982 ਨੂੰ। ਨਬਾਰਡ ਦੀ ਫੁੱਲ ਫਾਰਮ ਦੇਖੋ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਦੇਖੋ ਪੇਂਡੂ ਅਤੇ ਖੇਤੀਬਾੜੀ ਦੇ ਵਿਕਾਸ ਵਾਸਤੇ ਇੱਕ ਰਾਸ਼ਟਰੀ ਬੈਂਕ ਬਣਾਇਆ ਗਿਆ ਸੀ ਜਿਹਨੂੰ ਅਸੀਂ ਨਬਾਰਡ ਬੋਲਦੇ ਹਾਂ। ਇਹ ਪਿੰਡਾਂ ਅਤੇ ਖੇਤੀਬਾੜੀ ਦੇ ਵਿਕਾਸ ਵਾਸਤੇ ਕਾਰਜ ਕਰਦੀ ਹੈ। ਸੋ ਇਹਦੀ ਸਥਾਪਨਾ ਕੀਤੀ ਸੀ ਬੇਟਾ ਜੀ 1982 ਦੇ ਵਿੱਚ। ਸੋ ਇਹ ਲਗਭਗ ਸਾਰੇ ਹੀ ਕੁਐਸਚਨ ਤੁਹਾਡੇ ਅਰਥ ਸ਼ਾਸਤਰ ਨਾਲ ਸੰਬੰਧਿਤ ਸੀ ਜੋ ਤੁਹਾਡੇ 9th ਦੇ ਸਿਲੇਬਸ ਦੇ ਵਿੱਚੋਂ ਜਾਂ 10th ਦੇ ਵਿੱਚੋਂ ਸੀ। ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ NTSC ਹੈ ਉਹਦੇ ਵਿੱਚ 9th ਐਂਡ 10th ਨਾਲ ਰਿਲੇਟਡ ਸਿਲੇਬਸ ਮੇਨ ਆਉਣਾ ਹੈ। ਇਹ ਉਹੀ ਮੈਂ ਤੁਹਾਨੂੰ ਦੱਸਿਆ ਸੀ ਬੈਂਕਾਂ ਦੀ ਲਿਸਟ ਹੈ 1969 ਦੇ ਵਿੱਚ ਜਿੰਨੇ ਨੈਸ਼ਨਲਾਈਜ਼ ਹੋਏ, ਫਿਰ 1980 ਦੇ ਵਿੱਚ ਜਿੰਨੇ ਨੈਸ਼ਨਲਾਈਜ਼ ਹੋਏ, ਅਤੇ ਕੁਝ ਪਿਕਸ ਤੁਹਾਡੇ ਨਾਲ ਅੱਜ ਦੇ ਟੌਪਿਕ ਨਾਲ ਰਿਲੇਟਡ ਕੁਝ ਪਿਕਸ ਸੀਗੀਆਂ ਜਿੰਨੇ ਵੀ ਆਪਾਂ ਅੱਜ ਦੇ ਟੌਪਿਕ ਇਹਦੇ ਵਿੱਚ ਡਿਸਕਸ ਕੀਤੇ ਨੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇਹ ਸ਼ੀਟ ਸਮਝ ਆ ਗਈ ਹੋਊਗੀ। ਇਹ ਸ਼ੀਟ ਦੇ ਆਨਸਰਸ ਕੀ ਵੀ ਉਰੇ ਹੈ, ਉਰੋਂ ਵੀ ਤੁਸੀਂ ਆਨਸਰਸ ਦੇਖ ਸਕਦੇ ਹੋ। ਸੋ ਇਹਨੂੰ ਬੇਟਾ ਧਿਆਨ ਨਾਲ ਰਿਵਾਈਜ਼ ਕਰ ਲਿਓ ਇੱਕ ਵਾਰ, ਫੈਕਟਸ ਦੇਖ ਕੇ ਨਾਲ ਤਾਂ ਕੰਸੀਡਰ ਕਰੋਗੇ ਤਾਂ ਈਜ਼ੀਲੀ ਰਿਮੈਂਬਰ ਵੀ ਹੋ ਜਾਊਗਾ, ਤੁਹਾਨੂੰ ਯਾਦ ਵੀ ਰਹੂਗਾ। ਸੋ ਆਈ ਰੀਅਲੀ ਥੈਂਕਸ ਟੂ ਆਲ ਆਫ ਯੂ। ਸੋ ਪਲੀਜ਼ ਟੇਕ ਕੇਅਰ ਆਫ yourself. Thank you very much. Please take care.